ਉਹਨੂੰ ਕਿਹਾ ਜਾ ਬੂੰਦੀ ਨੂੰ ਕਹ 2 ਕੱਪ ਚਾਹ ਤੇ ਲੈ ਕੇ ਆ, ਤੇਰਾ ਦਾਦਾ ਵੀ ਇਹ ਕੰਮ ਕਰਦਾ ਸੀ, ਤੇਰਾ ਪਿਓ ਵੀ ਇਹ ਕੰਮ ਕਰਦਾ ਸੀ। ਹਰਾਮ ਦੇ ਆ, ਤੂੰ ਜੰਗ ਲੜਨੀ ਆ। ਮਾਮਾ ਅਸੀਂ ਹੁਣ ਆਉਣ ਕੇ ਸਾਡੀ ਫੌਜ ਅੱਜ ਸਾਨੂੰ ਕਹੇ ਨਾ ਕਿ ਖਾਲਸਾ ਜੀ ਆ ਜਾ ਸਾਰੇ ਸਾਫੀ ਲੈ ਕੇ, ਤੇ ਖੁਦਾ ਦੀ ਕਸਮ ਇਹਦੀ ਬਦੂਫ ਕਰਦੀ ਇਹਦੀ, ਇਹਨੇ ਸਾਡੇ ਨਾਲ ਜੰਗ ਲੜਨੀ ਆ। अस्सलाम वालेकुम नाज़रीन, मैं मां ਤੁਹਾਡਾ ਮੇਜ਼ਬਾਨ ਸ਼ਕੀਲ ਅਹਿਮਦ ਤੇ ਤੁਸੀਂ ਵੇਖ ਰਹੇ ਹੋ ਚੈਨਲ 1 ਬਾਈ 1 ਨਿਊਜ਼। ਨਾਜ਼ਰੀਨ, ਅੱਜ ਤੁਹਾਨੂੰ ਅਸੀਂ ਦੱਸਾਂਗੇ ਫੈਸਲਾਬਾਦ ਦੇ ਵਿੱਚ ਕਿ ਲੋਕ ਜੋ ਹੈ ਉਹ ਜਿਹੜੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਦਾ ਸਿਲਸਿਲਾ ਚੱਲ ਰਿਹਾ ਕਿ ਜੰਗ ਹੋਣ ਲੱਗੀ ਹੈ, ਤੇ ਇਹਨੂੰ ਜੋ ਫੈਸਲਾਬਾਦ ਦੇ ਜਿਹੜੇ ਸ਼ਹਿਰੀ ਨੇ ਉਹ ਕਿੰਝ ਵੇਖਦੇ ਨੇ। ਇਹ ਬੜਾ ਇੰਜੋਏ ਕਰ ਰਹੇ ਨੇ ਤੇ ਜੰਗ ਦੇ ਨਾਮ ਨੂੰ ਵੀ ਇੰਜੋਏ ਕਰ ਰਹੇ ਨੇ। ਇਹਨਾਂ ਨੂੰ ਕਿਸੇ ਗੱਲ ਦਾ ਕੋਈ ਖੌਫ ਨਹੀਂ ਹੈਗਾ। ਇੰਡੀਆ ਨੂੰ ਖੌਫ ਉਲਟਾ ਇਹ ਹੋ ਗਿਆ ਕਿ ਅਸੀਂ ਕੀ ਕਰ ਬੈਠੇ ਹਾਂ, ਤੇ ਸਾਡੇ ਜਿਹੜੇ ਸ਼ਹਿਰੀ ਆ ਉਹ ਤੇ ਬੜੇ ਇੰਜੋਏ ਕਰ ਰਹੇ ਇਸ ਗੱਲ ਨੂੰ ਲੈ ਕੇ। ਉਹਨਾਂ ਨੂੰ ਤੇ ਖੌਫ ਹੀ ਨਹੀਂ ਹੈਗਾ। ਹੁਣ ਤੇ ਚਾਹ ਰਹੇ ਕਿ ਜੰਗ, ਸਾਨੂੰ ਇਹ ਨਹੀਂ ਸਮਝ ਆ ਰਹੀ ਜੰਗ ਲੱਗਣੀ ਕਦੋਂ ਆ। ਸਾਡੇ ਨਾਲ ਬਾਬਾ ਖਾਲਿਦ ਸਲਾਰੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ ਜ਼ਰਾ ਦੱਸਿਓ, ਅੱਜ ਜੰਗ ਲੱਗ ਰਹੀ ਇੰਡੀਆ ਪਾਕਿਸਤਾਨ ਦੀ, ਇਹ ਬੜੀਆਂ ਧੁੰਮਾਂ ਪਈਆਂ, ਕੀ ਕਹੋਗੇ ਇਹਦੇ ਬਾਰੇ? ਉਹ ਸਾਡੀ ਕਿਹੜੀਆਂ ਜੰਗਾਂ, ਉਹ ਜੰਗ ਲੜ ਹੀ ਨਹੀਂ ਸਕਦੇ ਸਾਡੇ ਨਾਲ। ਉਹ ਜੰਗ ਲੜਨੀ ਖੇਲ ਜਵਾਨਾਂ ਦਾ। ਇਹ ਭੈਣ ਜੋ ਚਾਹ ਫਰੋਸ਼, ਚਾਹ ਵੇਚਣ ਵਾਲੇ ਕਹਿਣ ਕੇ ਜੰਗ ਕਰਨੀ ਸਦਰ ਬਣ ਕੇ ਕਰ ਸਕਦੇ ਨੇ, ਉਹ ਸਾਡੇ ਨਾਲ ਕੈਰਮ ਦੇ ਆ ਕੇ ਜੰਗ ਲੜ ਲੈਣ। ਜੰਗਾਂ ਕਰਦੀਆਂ, ਉਹਨੂੰ ਕਿਹਾ ਜਾ ਬੂੰਦੀ ਨੂੰ ਕਹ 2 ਕੱਪ ਚਾਹ ਤੇ ਲੈ ਕੇ ਆ, ਤੇਰਾ ਦਾਦਾ ਵੀ ਇਹ ਕੰਮ ਕਰਦਾ ਸੀ, ਤੇਰਾ ਪਿਓ ਵੀ ਇਹ ਕੰਮ ਕਰਦਾ ਸੀ। ਜੰਗ ਲੜਨੀ ਆ, ਤੂੰ ਸੋਚੀ ਵੀ ਨਾ, ਜੰਗ ਸਾਡੇ ਨਾਲ ਲੜਨੀ ਆ। ਉਹ ਸਾਡੀ ਫੌਜ ਦੀ ਬਾਅਦ ਦੀ ਗੱਲ ਆ। ਉਹ ਮਾਮਾ ਅਸੀਂ ਹੁਣ ਆਉਣ ਕੇ ਸਾਡੀ ਫੌਜ ਅੱਜ ਸਾਨੂੰ ਕਹੇ ਨਾ ਕਿ ਖਾਲਸਾ ਜੀ ਆ ਜਾ ਸਾਰੇ ਸਾਫੀ ਲੈ ਕੇ, ਤੇ ਖੁਦਾ ਦੀ ਕਸਮ ਇਹਦੀ ਬਦੂਫ ਕਰਦੀ ਇਹਦੀ, ਇਹਨੇ ਸਾਡੇ ਨਾਲ ਜੰਗ ਲੜਨੀ ਆ। ਵੱਡਾ ਜੰਗਾ, ਉਹ ਜੰਗ ਲੜਨ ਦੀ ਜਿਹੜੀ ਹੁੰਦੀ ਨਾ ਉਹ ਹੋਰ ਜਵਾਨਾਂ ਦਾ ਕੰਮ ਆ। ਜੰਗ ਨੇ ਲੜਨੀ ਹੈ ਭਾਜੀ, ਸਾਡੇ ਨਾਲ ਜੰਗ ਨਹੀਂ ਲੜ ਸਕਦਾ ਹੈ। ਬਾਬਾ ਜੀ ਇਹ ਕਹਿ ਰਹੇ ਕਿ ਅਸੀਂ ਪਾਣੀ ਰੋਕ ਦੇਣਾ, ਕਰਨਾ ਕੀ ਇਹਨਾਂ ਨੇ ਪਾਣੀ ਰੋਕ ਕੇ? ਪਾਣੀ ਰੋਕ ਦੇਣਾ? ਦੱਸ ਯਾਰ, ਕਹਿੰਦਾ ਪਾਣੀ ਰੋਕਣਾ। ਓਏ ਪਾਣੀ ਦੱਸਾਂ, ਪਾਣੀ ਨਹੀਂ ਰੁਕਦੇ। ਪਾਣੀ ਰੋਕਣਾ, ਤੁਸੀਂ ਪਾਣੀ ਕਿੱਥੇ ਰੋਕ ਸਕਦੇ ਹੋ? ਗੱਲ ਤੇ ਬੜੀ ਗੰਦੀ ਜੀ ਆ, ਬੜੀ ਭੈੜੀ ਗੱਲ ਆ। ਤੇ ਪਾਣੀ ਰੋਕਦਾ ਯਜ਼ੀਦ ਨੇ ਪਾਣੀ ਰੋਕਿਆ ਸੀ ਕਰਬਲਾ ਦੇ ਵਿੱਚ। ਜੇ ਅਗਰ ਅੱਜ ਇਹ ਪਾਣੀ ਰੋਕ ਦੇਵੇ, ਖੁਦਾ ਦੀ ਕਸਮ ਇਹਦੀਆਂ 8-10 ਨਸਲਾਂ, ਇਹਦੀ ਹਰ ਸ਼ਾਈ ਖਤਮ ਹੋ ਜਾਏਗੀ। ਪਾਣੀ ਰੋਕਣਾ ਇੱਕ ਅੱਲਾ ਦੀ ਮਦਦ, ਇੱਕ ਮੁਸਲਮਾਨਾਂ ਦਾ ਜਹਾਦ, ਤੀਜਾ ਜਿਹੜਾ ਹੈ ਨਾ ਮੇਰੇ ਮੌਲਾ ਦਾ ਕਰਮ ਹੋ ਜਾਏਗਾ, ਤੇ ਇਹਦੀ ਤਿਆਸੀ ਦੀ ਤਿਆਸੀ ਫਿਰ ਜਾਏਗੀ। ਪਾਣੀ ਰੋਕਣਾ, ਉਹ ਪਾਣੀ ਦਾ ਮੈਂ ਕੀ ਕਹਾਂ, ਗੱਲ ਤੇ ਗੰਦੀ ਜੀ ਹੈ ਭਾਜੀ, ਤੇ ਗੱਲ ਬੜੀ ਭੈੜੀ ਹੈ। ਤੇ ਇਹਨੂੰ ਕੀ ਪਤਾ ਕਿ ਹਿੰਦੂ ਬਣੀ ਨੂੰ ਕਿ ਪਾਣੀ ਦੀ ਕਦਰ ਕੀ ਹੈ ਤੇ ਪਾਣੀ ਦੀ ਗੱਲ ਕੀ। ਪਾਣੀ ਰੋਕਣਾ ਇਹ ਕੁੱਤਿਆਂ ਨੂੰ ਖੀਰ ਵਾਲੀ ਗੱਲ ਆ। ਪੰਜਾਬੀ 'ਚ ਜਿਹੜੀ ਗੱਲ ਹੈ, ਕਹਿੰਦੇ ਕੁੱਤਿਆਂ ਨੂੰ ਖੀਰ ਹਜ਼ਮ ਨਹੀਂ ਹੋਣ ਡਈ, ਇਹਨੂੰ ਖੀਰ ਨਹੀਂ ਹਜ਼ਮ ਹੋਣ ਡਈ, ਬਸ ਹੋਰ ਗੱਲ ਕੋਈ ਨਹੀਂ ਹੈਗੀ। ਵੇਖੋ ਬੜਾ ਯਾਨੀ ਕਿ ਲੋਕ ਜਿਹੜੇ ਨੇ ਇੱਥੇ ਦੇ ਬੜੇ ਇੰਜੋਏ ਕਰਦੇ ਨੇ ਇਹਨਾਂ ਗੱਲਾਂ ਨੂੰ ਲੈ ਕੇ, ਤੇ ਬੜਾ ਮਜ਼ਾ ਕਰਦੇ ਨੇ। ਉਹ ਤਾਂ ਚਾਹੁੰਦੇ ਆ ਕਿ ਜੰਗ ਲੱਗੇ ਤੇ ਸਹੀ ਇੱਕ ਵਾਰੀ, ਤਾਂ ਕਿ ਅਸੀਂ ਇਹਨੂੰ ਵੀ ਦੱਸਣ ਵਾਲੇ ਬਣੀਏ ਕਿ ਅਸੀਂ ਕਰ ਕੀ ਸਕਦੇ ਹਾਂ। ਉੱਥੇ ਬੈਠਾ ਉਹ ਗੱਲਾਂ ਮਾਰੀ ਜਾਂਦਾ ਆ, ਟੀਵੀ 'ਤੇ ਜੰਗ ਲਾਈ ਬੈਠਾ ਆ, ਤੇ ਜ਼ਰਾ ਕਦੀ ਇਹਦੇ ਵੱਲ ਵੀ ਤੇ ਆਵੇ ਤਾਂ ਸਹੀ ਮੈਦਾਨ 'ਚ, ਤੇ ਆ ਕੇ ਪਤਾ ਚੱਲੇ। ਜਵੇਦ ਸਾਹਿਬ ਸਾਡੇ ਕੋਲ ਮੌਜੂਦ ਨੇ, ਉਹਨਾਂ ਵੱਲ ਚੱਲਾਂਗੇ। ਜੀ ਜਵੇਦ ਸਾਹਿਬ, ਤੁਸੀਂ ਦੱਸੋ ਕਿ ਬੜੇ ਲੋਕ ਇੰਜੋਏ ਕਰ ਰਹੇ ਨੇ ਕਿ ਉਧਰ ਖਤਰਾ ਹੈ ਜੀ ਕਿ ਇੰਡੀਆ ਪਾਕਿਸਤਾਨ ਦੀ ਜੰਗ ਹੋਣ ਲੱਗੀ ਆ, ਤੇ ਲੋਕ ਇਹਨੂੰ ਵੀ ਇੰਜੋਏ ਕਰ ਰਹੇ ਨੇ। ਉਹ ਤੇ ਖੌਫ ਉਹਨਾਂ ਤੇ ਹੈ ਹੀ ਨਹੀਂ ਫੈਸਲਾ ਪਾਕਿਸਤਾਨੀਆਂ ਦੇ ਉੱਤੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਹਿਲੇ ਤਾਂ ਮੈਂ ਇਹ ਕਹਾਂਗਾ ਕਿ ਪਾਕਿਸਤਾਨ ਆਰਮੀ ਜ਼ਿੰਦਾਬਾਦ, ਇੱਥੋਂ ਸ਼ੁਰੂਆਤ ਕਰਦੇ ਹਾਂ। ਦੂਸਰੀ ਗੱਲ ਇਹ ਕਿ ਅੱਜ ਮੇਰਾ ਇੱਕ ਦੋਸਤ ਕਹਿ ਰਿਹਾ ਸੀ, ਪਤਾ ਕੀ ਕਹਿ ਰਿਹਾ ਸੀ? ਉਹ ਕਹਿ ਰਹੇ ਸੀ ਯਾਰ ਮੇਰਾ ਸੂਟ ਹੀ ਨਹੀਂ ਤਿਆਰ ਕੀਤਾ ਦਰਜੀ ਨੇ। ਮੈਂ ਕਿਹਾ ਕਿਉਂ, ਕੀ ਹੋਇਆ? ਕਹਿੰਦਾ ਯਾਰ ਜੰਗ ਲੱਗਣੀ, ਮੈਂ ਸੂਟ ਪਾਣਾ ਨਵਾਂ। ਅਸੀਂ ਤਾਂ ਐਡੇ ਦਲੇਰ ਲੋਕ ਹਾਂ ਕਿ ਨਵਾਂ ਸੂਟ ਪਾਵਾਂਗੇ ਜੰਗ ਲੜਨ ਵਾਸਤੇ ਵੀ। ਸਮਝ ਆ ਗਈ ਗੱਲ ਦੀ ਕਿ ਨਹੀਂ? ਔਰ ਰਿਹਾ ਇੰਡੀਆ ਦਾ ਮਾਮਲਾ, ਇੰਡੀਆ ਸਾਡਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਇਹ ਜਿਹੜੇ ਲੋਕ ਨੇ ਨਾ, ਇਹ ਕੁਝ ਵੀ ਨਹੀਂ ਸਾਡਾ ਵਿਗਾੜ ਸਕਦੇ। ਅੱਲਾਹ ਸੁਭਾਨਾ ਤਆਲਾ ਦੀ ਮਿਹਰਬਾਨੀ ਨਾਲ ਪਾਕਿਸਤਾਨ ਕਲਮੇ ਦੀ ਬੁਨਿਆਦ 'ਤੇ ਬਣਿਆ, ਪਾਕਿਸਤਾਨ ਰਹੇਗਾ। ਔਰ ਪਾਕਿਸਤਾਨ ਦੀ ਜਿਹੜੀ ਆਰਮੀ ਆ ਉਹ ਪ੍ਰੋਫੈਸ਼ਨਲ ਆਰਮੀ ਆ, ਇਹਨੂੰ ਕੋਈ ਨਹੀਂ ਡਰਾ ਸਕਦਾ, ਨਾ ਇਹਨਾਂ ਨੂੰ ਕੋਈ ਧਮਕਾ ਸਕਦਾ। ਔਰ ਵੈਸੇ ਵੀ ਯਾਰ ਅਸੀਂ ਤਾਂ ਇੰਡੀਆ ਨੂੰ 2019 'ਚ ਵੀ ਬੜਾ ਕੁਝ ਕਰਕੇ ਦੱਸਿਆ ਵਾ। ਉਹ ਤਾਂ ਬੇਵਕੂਫ ਆਦਮੀ ਆ, ਉਹ ਫਿਰ ਸਾਨੂੰ ਆ ਕੇ ਚੈੱਕ ਕਰਦੇ ਆ। ਹਾਲਾਂਕਿ ਉਹ ਅੱਗੇ ਸਾਨੂੰ ਕਈ ਵਾਰੀ ਚੈੱਕ ਕਰ ਚੁੱਕੇ ਆ, ਔਰ ਉਹ ਕਈ ਵਾਰੀ ਅਸੀਂ ਉਹਨਾਂ ਨੂੰ ਸ਼ਿਕਸਤ ਦਿੱਤੀ ਆ, ਔਰ ਇੰਨੀ ਬੁਰੀ ਸ਼ਿਕਸਤ ਹੋਈ ਆ, ਅਸੀਂ ਉਹਨਾਂ ਦੇ ਬੰਦੇ ਫੜ ਉਹਨਾਂ ਨੂੰ ਫਿਰ ਤੋਹਫੇ 'ਚ ਦੇ ਦਿੱਤੇ ਕਿ ਲੈ ਜਾਓ ਸਾਲਿਓ, ਹੁਣ ਦੁਬਾਰਾ ਨਾ ਭੇਜਣਾ। ਯਾਨੀ ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਕਰ ਸਕਦੇ ਆ? ਔਰ ਮੈਂ ਤੈਨੂੰ ਸੂਟ ਵਾਲੀ ਗੱਲ ਦੱਸੀ ਆ ਕਿ ਉਹ ਬੰਦੇ ਨੇ ਸਾਡੇ ਨੇ ਕਿਹਾ ਕਿ ਯਾਰ ਦਰਜੀ ਨੇ ਸੂਟ ਲੇਟ ਕੀਤਾ, ਸਾਡੀ ਜੰਗ ਲੱਗਣੀ ਸੀ, ਨਵਾਂ ਸੂਟ ਪਾ ਕੇ ਜੰਗ ਲੜਨੀ। ਅਸੀਂ ਤਾਂ ਐਡੇ ਦਲੇਰ ਹਾਂ, ਸਾਡੇ ਤੇ ਖੌਫ ਦਾ ਰੱਤੀ ਭਰ ਵੀ ਕੋਈ ਨਹੀਂ। ਹਾਲਾਂਕਿ ਇੰਡੀਆ 'ਚ ਮੰਦਰਾਂ ਜੋ ਘੰਟੀਆਂ ਵਜਾ ਸਾਲੇ ਥੱਕ ਗਏ ਨੇ, ਲੇਕਿਨ ਅਲਹਮਦੁਲਿਲਾ ਇੱਥੇ ਪੂਰਾ ਮੁਆਸ਼ਰਾ ਰਿਲੈਕਸ ਹੈ। ਔਰ ਉਹਦੀ ਜ਼ਿੰਦਾ ਮਿਸਾਲ ਹੈ ਪਾਕਿਸਤਾਨ 'ਚ ਕਿ ਮੈਚ ਹੋ ਰਹੇ ਨੇ, ਕ੍ਰਿਕਟ ਦੇ ਮੈਚ ਹੋ ਰਹੇ ਨੇ ਕਿ ਨਹੀਂ ਹੋ ਰਹੇ। ਤੇ ਇਹਦਾ ਮਤਲਬ ਹੈ ਕਿ ਸਾਡੇ ਜ਼ਹਨ 'ਚ ਕੋਈ ਰੱਤੀ ਭਰ ਖੌਫ ਨਹੀਂ ਹੈਗਾ। ਸਾਡੇ ਸਟੇਡੀਅਮ ਆਬਾਦ ਨੇ, ਸ਼ਹਿਰਾਂ 'ਚ ਕਿਤੇ ਕੋਈ ਕਨਸੈਪਟ ਨਹੀਂ ਹੈਗਾ, ਕਿਉਂਕਿ ਸਾਡੀ ਆਰਮੀ ਇਤਨੀ ਦਲੇਰ, ਇਤਨੀ ਬਹਾਦਰ ਹੈ ਕਿ
ਬਾਰਡਰ ਇੰਨੇ ਮਜ਼ਬੂਤ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਔਰ ਇਹ ਸਾਡੇ ਜਿਹੜੇ ਮਿਜ਼ਾਈਲ ਜਾਂ ਅਸੀਂ ਐਟਮ ਬੰਬ ਬਣਾਏ ਨੇ, ਉਹਨਾਂ ਨੂੰ ਅਸੀਂ ਤੋਹਫਾ ਤਾਂ ਨਹੀਂ ਨਾ ਬਣਾਇਆ, ਉਹ ਅਸੀਂ ਇਹਨਾਂ ਦੇ ਅਜ਼ਮਾਣੇ ਨੇ। ਔਰ ਇਨਸ਼ਾਅੱਲਾ ਅਗਰ ਇਹਨਾਂ ਨੇ ਸਾਨੂੰ ਛੇੜਿਆ, ਅਸੀਂ ਇਹਨਾਂ ਨੂੰ ਸਫਾਏ ਹਸਤੀ ਤੋਂ ਮਿਟਾ ਦਿਆਂਗੇ। ਇਸ ਦਫਾ ਅਸੀਂ ਵਾਅਦਾ ਕਰਦੇ ਹਾਂ ਕਿ ਇਨਸ਼ਾਅੱਲਾ ਮੰਦਰ ਦੀ ਘੰਟੀ ਵਜਾਉਣ ਵਾਲਾ ਸਾਡਾ ਕੋਈ ਨਹੀਂ ਰਹੂਗਾ, ਅੱਲਾ ਦੀ ਮਿਹਰਬਾਨੀ ਨਾਲ। ਲਓ ਜੀ, ਗੱਲਾਂ ਤੁਸੀਂ ਸੁਣੀਆਂ। ਸਭ ਦੋਸਤਾਂ ਦੀ ਜਿਹੜੀ ਰਾਏ ਇਹੀ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਇਹਦਾ ਕੋਈ ਖੌਫ ਨਹੀਂ ਹੈਗਾ, ਸਾਡੇ ਵੱਲ ਕੋਈ ਆਵੇ ਤੇ ਸਹੀ ਹੈ, ਤੇ ਗੱਲਾਂ ਹੀ ਮਾਰੀ ਜਾਂਦੇ ਨੇ ਉੱਥੇ ਖਲੋ ਕੇ, ਤੇ ਕੋਈ ਵੀ ਜਿਹੜੀ ਗੱਲ ਆ ਨਾ ਉਹ ਇਹਨਾਂ ਨੂੰ ਕੋਈ ਡਰਾ ਨਹੀਂ ਰਹੀ। ਅਹਿਮਦ ਰਫੀਕ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲ ਕਰਾਂਗੇ। ਅਹਿਮਦ ਸਾਹਿਬ, ਤੁਸੀਂ ਦੱਸੋ, ਇੰਡੀਆ ਪਾਕਿਸਤਾਨ ਦਾ ਜੰਗ ਦਾ ਰੌਲਾ ਚੱਲ ਰਿਹਾ ਹੈ, ਇਹ ਬੜਾ ਲੋਕ ਇੰਜੋਏ ਕਰ ਰਹੇ, ਬਜਾਏ ਕਿ ਖੌਫ ਇਹਨਾਂ ਦੇ ਮੂੰਹ ਤੇ ਆਵੇ, ਇਹ ਤੇ ਇਸ ਗੱਲ ਨੂੰ ਇੰਜੋਏ ਕਰ ਰਹੇ। ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ, ਜਿਹੜੀ ਮੁਸਲਮਾਨ ਕੌਮ ਆ ਨਾ, ਖਾਸ ਤੌਰ ਤੇ ਜਿਹੜੀ ਪਾਕਿਸਤਾਨੀ ਕੌਮ ਆ, ਇਹ ਜਾਨ ਦੇਣ ਵਾਲੀ ਕੌਮ ਆ। ਇਹ ਪੂਰੀ ਕੌਮ ਤੇ ਜਦੋਂ ਕੋਈ ਮੁਸੀਬਤ ਆਉਂਦੀ ਨਾ, ਫਿਰ ਇਹ ਇਕੱਠੀ ਹੋ ਜਾਂਦੀ। ਫਿਰ ਇਹ ਨਾ ਸਿਆਸੀ ਪਾਰਟੀ ਵੇਖਦੀ ਹੈ, ਨਾ ਇਹ ਕੋਈ ਆਪਣਾ ਜ਼ਾਤੀ ਮਫਾਦ ਵੇਖਦੀ ਹੈ, ਇਹ ਫਿਰ ਫੌਜ ਦੇ ਨਾਲ ਖੜੀ ਹੋ ਜਾਂਦੀ ਹੈ। ਇਹ ਇੰਡੀਆ ਜਿਹੜਾ ਹੈ ਨਾ, ਇਹ ਵੀ ਕਿੱਦੜ ਭੱਪੀਆਂ ਦੇ ਰਿਹਾ ਵਾ। ਇਹ ਜੰਗ ਜੁੰਗ ਲੜਨ ਦੇ ਕਾਬਲ ਨਹੀਂ ਹੈਗਾ ਇੰਡੀਆ, ਤੇ ਨਾ ਇੰਡੀਆ ਨੇ ਕੋਈ ਜੰਗ ਲੜਨੀ ਹੈ। ਇਹ ਐਵੇਂ ਉੱਥੇ ਆਪਣੇ ਬੰਦੇ ਮਾਰ ਕੇ ਸਿਰਫ ਆਪਣੀ ਸਿਆਸੀ ਜਿਹੜੀ ਹੈ ਨਾ, ਮੋਦੀ ਜਿਹੜਾ ਵਾ ਉੱਥੇ ਆਪਣੀ ਸਿਆਸਤ ਚਮਕਾ ਰਿਹਾ। ਇਹ ਨਾ ਪਾਕਿਸਤਾਨੀ ਕੌਮ ਦਾ ਸਾਹਮਣਾ ਕਰ ਸਕਦੀ ਹੈ, ਨਾ ਪਾਕਿਸਤਾਨੀ ਫੌਜ ਦਾ ਸਾਹਮਣਾ ਕਰ ਸਕਦੀ ਹੈ। ਇਹ ਸਿਰਫ ਆਪਣੇ ਲੋਕਾਂ ਨੂੰ ਨਾ ਥੋੜ੍ਹੇ ਦੇਰ ਇੱਕ ਜਿਹੜੀ ਇੰਟਰਟੇਨਮੈਂਟ ਨਹੀਂ ਹੁੰਦੀ, ਉਹ ਜਿਹੜੀ ਹੈ ਇੰਡੀਆ ਦੇ ਵਿੱਚੋਂ ਵਾਅਦਾ ਆਉਣ ਡੀਆਂ ਵੀ ਪਾਕਿਸਤਾਨ ਨਾਲ ਪੰਗਾ ਨਾ ਲੈ ਬੈਠੇ ਹੋ, ਤੇ ਇਹ ਨਾ ਹੋਵੇ ਕਿ ਤੁਹਾਡਾ ਜਿਹੜਾ ਕੋਈ ਚੀਜ਼ਾਂ ਰਹਿੰਦੀਆਂ ਉਹ ਵੀ ਜਾਂਦੀਆਂ ਰਹਿਣ, ਤੇ ਜੰਗ ਜੁੰਗ ਕੋਈ ਨਹੀਂ ਲੱਗਣੀ, ਤੇ ਨਾ ਇਹ ਨਹੀਂ ਇੰਡੀਆ 'ਚ ਹਿੰਮਤ ਆ। ਬਿਲਕੁਲ, ਲੋਕਾਂ ਨੇ ਜਿਹੜਾ ਬੜਾ ਅੱਛਾ ਜਿਹੜਾ ਕਿ ਲੋਕਾਂ ਦਾ ਜਿਹੜਾ ਰਾਏ ਲਈ ਹੈ ਕਿ ਉਹ ਲੋਕ ਬੜਾ ਇੰਜੋਏ ਕਰ ਰਹੇ ਨੇ ਇਸ ਗੱਲ ਨੂੰ ਲੈ ਕੇ, ਤੇ ਉਹ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ ਦਾ ਕੋਈ ਖੌਫ ਨਹੀਂ ਹੈਗਾ ਕਿ ਕਿਸੇ ਵੀ ਕਿਸਮ ਦੀ ਸਾਨੂੰ ਜਿਹੜਾ ਕੋਈ ਜੰਗ ਲੱਗ ਜਾਵੇ। ਉਹ ਕਹਿੰਦੇ ਆਣ ਤੇ ਸਹੀ, ਇੱਕ ਵਾਰੀ ਬਾਰਡਰ ਵਾਲੇ ਪਾਸੇ ਆਣ ਤੇ ਸਹੀ। ਇਹ ਤਾਂ ਸਾਲੇ ਕ੍ਰਿਕਟ ਖੇਲਣ ਨੇ ਆਏ, ਉੱਥੋਂ ਦੌੜ ਗਏ, ਤੇ ਜੰਗ ਲੜਨ ਕਿਸ ਤਰ੍ਹਾਂ ਆਉਣਗੇ? ਸ਼ਰੀਫ ਸਾਹਿਬ ਸਾਡੇ ਨਾਲ ਮੌਜੂਦ ਨੇ, ਬੜੇ ਸੀਨੀਅਰ ਸਾਫੀ ਨੇ, ਉਹਨਾਂ ਕੋਲੋਂ ਗੱਲ ਕਰਦੇ ਹਾਂ। ਤੇ ਦੱਸੋ, ਤੁਸੀਂ ਦੱਸੋ ਕਿ ਜੀ ਕੀ ਕਹੋਗੇ ਕਿ ਲੋਕ ਤਾਂ ਜੰਗ ਨੂੰ ਲੈ ਕੇ ਵੀ ਇੰਜੋਏ ਕਰਨ ਦੇ, ਪਾਕਿਸਤਾਨੀ ਜਿਹੜੀ ਕੌਮ ਆ, ਤੇ ਪਾਕਿਸਤਾਨੀ ਕੌਮ ਬੜੀ ਬਹਾਦਰ ਕੌਮ ਹੈ। ਪਾਕਿਸਤਾਨੀ ਆਰਮੀ ਦੁਨੀਆ ਦੀ ਵਾਹਿਦ ਆਰਮੀ ਹੈ ਜਿਹਦੇ ਕੋਲ ਸਾਰੀ ਦੁਨੀਆ ਖੌਫ ਖਾਂਦੀ ਆ। ਅਸੀਂ ਸਾਰੇ ਲੋਕ ਇੰਤਜ਼ਾਰ ਵਿੱਚ ਹੈ ਕਿ ਅੱਲਾ ਕਰੇ ਜੰਗ ਲੱਗੇ ਤੇ ਅਸੀਂ ਇਹਨਾਂ ਦੀ ਐਸੀ ਦੀ ਤੈਸੀ ਕਰੀਏ, ਅਸੀਂ ਉਹਨਾਂ ਦੇ ਸਾਹ ਬੰਦ ਕਰੀਏ। ਸਾਨੂੰ ਇਹ ਖਾਹਿਸ਼ ਹੈ ਕਿ ਸਾਡੇ ਹੁੰਦੇ ਹੁਣ ਜੰਗ ਲੱਗੇ, ਤਾਂ ਕਿ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਸਬਕ ਸਿਖਾਈਏ, ਉਹਨਾਂ ਨੂੰ ਦੱਸੀਏ ਕਿ ਪਾਕਿਸਤਾਨੀ ਕੌਮ ਕੀ ਕੌਮ ਆ। ਇਨਸ਼ਾਅੱਲਾ ਇਹ ਆਪਣਾ ਖਾਹਿਸ਼ ਪੂਰੀ ਕਰਨੀ ਚਾਹੁੰਦੇ ਹਾਂ ਅਸੀਂ। ਅੱਲਾ ਕਰੇ ਉਹ ਇਹ ਮੌਕਾ ਬਣ ਜਾਵੇ ਤੇ ਅਸੀਂ ਇਨਸ਼ਾਅੱਲਾ ਉਹਨਾਂ ਦੇ ਸਾਹ ਬੰਦ ਕਰ ਦੇਣੇ ਆ। ਉਹ ਕਹਿੰਦੇ ਪਾਣੀ ਬੰਦ ਕਰਨਾ, ਅਸੀਂ ਉਹਨਾਂ ਦੇ ਸਾਹ ਬੰਦ ਕਰਨੇ ਇਨਸ਼ਾਅੱਲਾ। ਲਓ ਜੀ, ਹਰ ਕੋਈ ਆਪਣੀ ਆਪਣੀ ਇਜ਼ਹਾਰ ਦਾ ਰਾਏ ਕਰ ਰਿਹਾ ਕਿ ਲੋਕ, ਲੇਕਿਨ ਇਸ ਖੌਫ ਤੇ ਬਿਲਕੁਲ ਖੌਫ ਨਹੀਂ ਹੈਗਾ ਉਹਨਾਂ ਦੇ ਚਿਹਰਿਆਂ ਤੇ ਕਿ ਜੰਗ ਲੱਗੇਗੀ ਤੇ ਸਾਨੂੰ ਕੋਈ ਮੁਸ਼ਕਲ ਹੋਏਗੀ ਜਾਂ ਕੋਈ ਖਤਰਾ ਹੋਏਗਾ। ਬਾਬਾ ਸਾਫਤ ਸਾਡੇ ਨਾਲ ਮੌਜੂਦ ਨੇ, ਸੀਨੀਅਰ ਸਾਫੀ ਨੇ, ਤੇ ਉਹਨਾਂ ਨਾਲ ਗੱਲ ਕਰਦੇ ਨੇ। ਜ਼ਾਦ ਮਾਨ ਸਾਹਿਬ, ਸਰ ਤੁਸੀਂ ਦੱਸੋ ਕਿ ਅਰਸਾ ਹੀ ਹੋ ਗਿਆ ਸੁਣਦੇ ਤੇ ਆ ਰਹੇ ਇੰਡੀਆ ਵੱਲੋਂ ਕਿ ਜੀ ਜੰਗ ਲਾ ਦੇਣੀ, ਧਮ ਹਮਲਾ ਕਰ ਦੇਣਾ, ਹੁੰਦਾ ਨਹੀਂ ਹੈਗਾ? ਬਿਸਮਿल्लाहिर्रहमानिर्रहीम। ਇੱਕ ਲਫ਼ਜ਼ ਹੈ ਬਾਜ਼ੀਚਾ ਅਤਫਾਲ, ਜਿਹਦਾ ਮਤਲਬ ਹੈ ਕਿ ਛੋਟੇ ਬੱਚੇ। ਬਾਜ਼ੀਚਾ अतफाल है दुनिया मेरे आगे, होता है शब रोज़ तमाशा मेरे आगे। ये जो तमाशा है, ये जो जंग हम पर मुसल्लत करना चाहते हैं, हम 24 घंटे तैयार बैठे हैं। इंशाअल्लाह ताला हम इंडिया को वो सबक सिखा देंगे कि हिंदुस्तान का नाम पूरी दुनिया से सफ़ाई हस्ती से मिट जाएगा। हम मुसलमान लोग हैं, हमें जंग लड़ना और जिहाद करना मेरे आका ने सिखाया है। हम तैयार बैठे हैं। ये पानी की बात करते हैं, ये पानी बंद करके देख लें कि इसका क्या हाल होगा। इंशाअल्लाह ताला पाकिस्तानी कौम पाक आर्मी के साथ खड़ी है और खड़ी रहेगी, और हिंदुस्तान को वो सबक याद दिला देंगे कि 48 में उनके साथ क्या हुआ था, 65 में उनके साथ क्या हुआ था। बहुत शुक्रिया। ਹਾਂਜੀ, ਬਿਲਕੁਲ। ਲੋਕੀ ਜਿਹੜੇ ਨੇ ਉਹ ਦੇਖੋ ਜੀ,
ਵਾਜ਼ਿਹ ਤੌਰ ਤੇ ਇਹ ਗੱਲਾਂ ਦੱਸ ਰਹੇ ਨੇ ਕਿ ਜੀ ਇੰਡੀਆ ਸਿੱਧੀ ਸਿਰਫ ਸੋਚ ਹੀ ਹੈ ਕਿ ਉਹ ਪਾਕਿਸਤਾਨ ਤੇ ਹਮਲਾ ਕਰੇਗਾ, ਇਹ ਕਰ ਨਹੀਂ ਸਕਦਾ ਔਰ ਵਾਕਈ ਨਹੀਂ ਕਰ ਸਕਦਾ। ਉਹਦੀ ਵਜ੍ਹਾ ਹੈ ਕਿ ਉਹਨਾਂ ਨੂੰ ਖੌਫ ਮੌਤ ਦਾ ਹੈ ਤੇ ਸਾਡੇ ਪਾਕਿਸਤਾਨੀ ਨੂੰ ਮੌਤ ਦਾ ਖੌਫ ਕੋਈ ਨਹੀਂ, ਇਹ ਮਰਨ ਤੋਂ ਨਹੀਂ ਡਰਦੇ। ਇੱਥੇ ਤੇ ਇੱਕ ਬੱਚਾ ਜਾਂਦਾ ਹੈ ਤੇ ਦੂਜਾ ਤਿਆਰ ਖਲੋਤਾ ਹੁੰਦਾ ਹੈ ਕਿ ਜੀ ਅਸੀਂ ਵੀ ਖਲੋਤੇ ਆਪਣੇ ਮੁਲਕ ਵਾਸਤੇ, ਅਸੀਂ ਜਾਨ ਦਿਆਂਗੇ, ਸਾਡਾ ਵੀ ਹਿੱਸਾ ਪਾਇਆ ਜਾਵੇ। ਤੇ ਲੋਕ ਸਾਡੇ ਨਾਲ ਇੱਥੇ ਬਹੁਤ ਸਾਰੇ ਮੌਜੂਦ ਨੇ, ਉਹਨਾਂ ਕੋਲੋਂ ਗੱਲ ਕਰਾਂਗੇ, ਪੁੱਛਾਂਗੇ ਉਹਨਾਂ ਦੀ ਰਾਏ। ਤੁਸੀਂ ਸਰ ਆਪਣਾ ਬੜੇ ਮਸਰੂਫ ਬੈਠੇ ਹੋ ਇਸ ਵੇਲੇ ਵੀ, ਬਾਹਰ ਜੰਗ ਦਾ ਮਾਹੌਲ ਬਣਿਆ ਤੇ ਤੁਸੀਂ ਮੋਬਾਈਲ ਵੇਖ ਰਹੇ ਹੋ, ਕੀ ਕਹੋਗੇ? ਉਹ ਇਹ ਤਾਂ ਯਾਰ ਮਜ਼ਾਕ ਹੀ ਹੈ। ਜੰਗ ਉਹਨਾਂ ਨੇ ਕਦ ਲਈ ਕਰਨੀ ਹੈ? ਉਹਨਾਂ ਕੋਲ ਹੋ ਸਕਦੀ ਹੈ ਜੰਗ। ਉਹਨਾਂ ਦੇ ਜਿਹੜੇ ਫੌਜੀ ਨੇ ਉਹਨਾਂ ਨਾਲੋਂ ਤੇ ਬਿਹਤਰੀਨ ਸਾਡੇ ਇੱਥੇ ਦੇ ਜਿਹੜੇ ਉਹ ਤੀਸਰੀ ਕੌਮ ਹੈ ਨਾ, ਉਹ ਜ਼ਿਆਦਾ ਮਤਲਬ ਤਾਕਤਵਰ ਤੇ ਜੋਸ਼ੀਲੇ ਹੈਗੇ ਨੇ। ਉਹ ਤਾਂ ਵਿਚਾਰੇ ਗਨ ਫੜ ਕੇ ਖਲੋ ਨਹੀਂ ਸਕਦੇ, ਉਹਨਾਂ ਨੇ ਜੰਗ ਕੀ ਕਰਨੀ ਹੈ? ਤੇ ਇਹ ਜਿਹੜਾ ਨਾ ਸਾਰਾ ਇੱਕ ਸਟੰਟ ਹੈਗਾ ਵੇ। ਉਹ ਮੋਦੀ ਸਾਹਿਬ ਉੱਥੇ ਜਨਾਬ ਆਪਣੀ ਪਪੂਲੈਰਿਟੀ ਜਿਹੜੀ ਹੈ ਉਹਨੂੰ ਗੇਨ ਕਰਨ ਡਏ ਨੇ, ਠੀਕ ਹੈ ਜੀ। ਤੇ ਉਹੀ ਉਹਨਾਂ ਨੇ ਇਸ਼ੂ ਚਲਾਇਆ ਵੇ। ਗੋ ਕਿ ਮਤਲਬ ਪਾਕਿਸਤਾਨ ਦੇ ਹਾਲਾਤ ਵੀ ਐਡੇ ਕੋਈ ਸਹੀ ਨਹੀਂ ਹੈਗੇ, ਲੇਕਿਨ ਇਹ ਕੋਈ ਜਦੋਂ ਜੰਗ ਹੋਏਗੀ ਤਾਂ ਇਨਸ਼ਾਅੱਲਾ ਪਾਕਿਸਤਾਨੀ ਕੌਮ ਜਿਹੜੀ ਹੈ ਫੌਜ ਤੋਂ ਪਹਿਲੇ ਬਾਰਡਰਾਂ 'ਤੇ ਹੋਏਗੀ, ਜਿਸ ਤਰ੍ਹਾਂ ਅੱਗੇ ਦੇਖਿਆ ਤੁਸੀਂ। ਇਹ ਜਨਾਬ ਕੁਰਬਾਨੀ ਦੇਣ ਵਾਲੀ ਕੌਮ ਹੈ, ਇਹਨਾਂ ਦੇ ਨਾਲ ਇੰਡੀਆ ਨੇ ਕਿੱਥੇ ਜੰਗ ਕਰਨੀ? ਕਰ ਸਕਦੇ ਹੀ ਨਹੀਂ, ਬੁਜ਼ਦਿਲ ਬੰਦੇ ਨੇ। ਔਰ ਫਿਰ ਕਾਫਰ ਨੇ, ਤੁਹਾਨੂੰ ਪਤਾ ਉਹਨਾਂ ਨੇ ਕੀ ਜੰਗ ਕਰਨੀ ਹੈ। ਤੇ ਜੰਗ ਹੋਈ ਤਾਂ ਉਹਨਾਂ ਨੂੰ ਆਟੇ ਲੂਣ ਦਾ ਭਾਅ ਪਤਾ ਲੱਗ ਜਾਏਗਾ। ਲਓ ਜੀ, ਆਪਣਾ ਦੇਖੋ ਜੀ, ਹਰ ਪਾਸੇ ਜੋ ਹੈ ਉਹ ਇਹੀ ਮਾਹੌਲ ਹੈ ਤੇ ਲੋਕ ਜਿਹੜੇ ਨਾ ਬੜਾ ਇੰਜੋਏ ਕਰਦੇ ਪਏ ਨੇ ਇਸ ਗੱਲ ਨੂੰ ਲੈ ਕੇ। ਤੇ ਪਾਕਿਸਤਾਨ ਜਿਹੜਾ ਨਾ ਉਹ ਇਸ ਵੇਲੇ ਬਜਾਏ ਕਿ ਕਿਸੇ ਖੌਫ ਦੇ ਵਿੱਚ ਮੁਬਤਲਾ ਹੋਵੇ, ਤੇ ਪਾਕਿਸਤਾਨ ਬੜਾ ਇੰਜੋਏ ਕਰ ਰਿਹਾ ਵਾ ਇਸ ਗੱਲ ਨੂੰ। ਹੋਰ ਦੋਸਤਾਂ ਵੱਲ ਵੀ ਚੱਲਦੇ ਹਾਂ, ਆਇਓ ਕਿ ਉਹ ਇਸ ਹਵਾਲੇ ਨਾਲ ਕੀ ਕਹਿੰਦੇ ਨੇ। ਤੇ ਆਈਏ ਨਾਜ਼ਰੀਨ, ਤੁਹਾਨੂੰ ਹੋਰ ਵੱਲ ਵੀ ਲੈ ਕੇ ਚੱਲਦੇ ਕਿ ਹੋਰ ਦੋਸਤ ਇਸ ਜੰਗ ਨੂੰ ਲੈ ਕੇ ਕਿੰਨਾ ਕੁ ਸੀਰੀਅਸ ਨੇ। ਆਜੋ ਚਲੀਏ। जी बिल्कुल, भारत की जानिब से प्रोपोगंडे पर जो है वो पूरी कौम मुत्तहद हो गई है और सड़कों पे निकली है। ये मुख्तलिफ तंजीमों की जानिब से रैलियाँ निकाली जा रही हैं, कॉन्फ्रेंस सेमिनार मुनक़्क़द किए जा रहे हैं, स्कूलों कॉलेजों में तकरीबात मुनक़्क़द की जा रही हैं। भारतीय अभिजारियत की जानिब से जो है वो भरपूर जवाब दिया जा रहा है पाकिस्तानी कौम की जानिब से भी। मैं इस वक्त मौजूद हूँ फैसलाबाद, एक सीनियर कानूनदान चौधरी अवैस मुनव्वर रंधावा साहब के साथ, उनसे बात करने का सवाल है। क्या कहना है सर, बताइएगा कि क्या कहना है आपका इस हवाले से भारत की जानिब से जो अभिजारियत की जा रही है? अस्सलाम वालेकुम। सबसे पहले मैं 1 बाय 1 न्यूज़ का बहुत शुक्रगुज़ार हूँ, जो हर मौके पर इस मुल्क में हर मसले पर, यहाँ के इवन दैट कोई भी छोटे से छोटा मसला, ये तो मुल्क की सलामियत का मसला है, इसमें कोई बंदा भी कंप्रोमाइज़ नहीं कर सकता। मैं तो क्या, यहाँ पे कोई अनपढ़ और जाहिल बंदा भी इसके साथ, मुल्क के साथ सिंसियर है। हमारा दीन और हमारा ईमान उस वक्त तक मुकम्मल नहीं हो सकता जब तक मुल्क की सलामती नहीं है। हम अपने मुल्क से इस मसले पे ऑलरेडी हम डिस्कस कर चुके हैं। हमारे मुल्क के DGISPR ने भारत के शवाहिद भी कल दिए हैं प्रेस कॉन्फ्रेंस में। अगर उनके पास कोई शवाहिद हैं तो वो भी प्रेस रिलीज़ करें। हमारे मुल्क की कोई इंटरफेरेंस नहीं। पहलगामा जो इशू बना हुआ है, ये सिर्फ़ और सिर्फ मोदी सरकार के अपने इलेक्शन की वजह से, वो अपना इलेक्शन दोबारा रीइंस्टेट होने के लिए सिर्फ कर रहा है। ये मोदी हर दफ़ा इसी तरह करता है और इंशाअल्लाह ताला भारत को कोई गलत फहमी है कि इस तरह के हथकंडे आजमा के कोई हमें ज़ेर कर लेगा। यहाँ पे एक एक बच्चा से लेकर एक एक बंदा, एक एक औरत इस मौके पर अपने मुल्क के साथ खड़ी है, अपनी आर्मी के साथ खड़ी है। जहाँ पे आवाज़ देंगे हम तमाम एक जगह पे एक नारे के साथ खड़े हैं। इंशाअल्लाह ताला मुल्क है तो हम हैं। हम मुल्क की सलामियत के लिए भारत की ईंट से ईंट बजाने के लिए तैयार हैं। हमारी आर्मी भी तैयार है। भारत को अगर कोई गलत फहमी है तो वो अपना गलत फहमी दूर करके देख ले। पहले भी ऑलरेडी हमारी आर्मी ने हर मौके पर उन्हें शिकस्त दी है। हमारी आर्मी और हमारे जितने भी लोग हैं, क्योंकि ये दीन इस्लाम से तल्लक रखते हैं, कलमा गो हैं, इसलिए इनका यकीन ज़्यादा है कि एक ना एक दिन मरना है। भारत वैसे ही डरपोक है, उनका ना कोई दीन है ना मज़हब है।
इसलिए हमसे लड़ने के लिए पहले ईमान की ताकत लाएं। इंशाल्लाह ताला हम अपने मुल्क के साथ हैं, अपनी आर्मी के साथ हैं। इस मुल्क की इस्लामियत के लिए हम जहाँ तक हो सके, जहाँ तक हमें कोई आवाज़ देगा, हम वज़ीर आज़म पाकिस्तान के साथ हैं। हर बंदा, हर जमात एक प्लेटफार्म पर है। ये गलत फहमी निकाल दें कि हम मुश्तरका हैं, नहीं, हम इकट्ठे हैं और इंशाल्लाह ताला इकट्ठे ही चलेंगे। जी बिल्कुल, पूरी कौम मुत्तहिद है और मुल्क की सलामती के लिए जो है वो तमाम शहरी जो है वो एक प्लेटफार्म पर मौजूद हैं और इस हवाले से जो है वो उनका कहना है कि भरपूर जवाब दिया जाएगा। अगर किसी किस्म भारत कोई गलत फहमी में या कोई ऐसी वैसी हरकत करता है तो उसका मुंह तोड़ उनको जवाब दिया जाएगा। ਲੋ ਜੀ, ਪ੍ਰੋਗਰਾਮ ਨੂੰ ਅਸੀਂ ਆਪਣੇ ਵਧਾਉਂਦੇ ਅੱਗੇ ਨੂੰ ਤੇ ਚੱਲਦੇ ਆ ਹੁਣ ਕਚਹਿਰੀਆਂ ਵਾਲੇ ਪਾਸੇ ਕਿ ਉੱਥੇ ਜਾ ਕੇ ਪੁੱਛਦੇ ਲੋਕ ਵਕੀਲ ਭਾਈ ਜਿਹੜੇ ਸਾਡੇ ਹੈਗੇ ਨੇ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ। ਕਿ ਮੇਰੇ ਸਾਥ ਜੁਨੇਦ ਸਾਹਿਬ ਮੌਜੂਦ ਹੈ। ਸਰ, ਤੁਸੀਂ ਦੱਸੋਗੇ ਕਿ ਇੰਡੀਆ ਜੰਗ ਲਾਉਣ ਦੀ ਕਹਿ ਰਿਹਾ ਹੈ, ਕੀ ਕਹੋਗੇ ਇਹਦੇ ਹਵਾਲੇ ਨਾਲ ਕਿ ਜੰਗ ਲੱਗ ਜਾਏਗੀ? ਇੰਡੀਆ ਬਹੁਤ ਵੱਡੀ ਗਲਤੀ ਕਰੇਗਾ। ਪਾਕਿਸਤਾਨ ਨਿਊਕਲੀਅਰ ਐਟਮੀ ਤਾਕਤ ਹੈ, ਇਹਨਾਂ ਨਾਲ ਲੜਨਾ ਸਾਡੀ ਜਿਹੜੀ ਫੌਜ ਹੈ ਕੋਈ ਆਮ ਫੌਜ ਨਹੀਂ ਹੈ। ਇਹ ਅਮਰੀਕਾ ਵੀ ਤਸਲੀਮ ਕਰਦਾ ਇਸ ਗੱਲ ਨੂੰ। ਸਾਡੀ ਜਿਹੜੀ ISI ਬੈਠੀ ਹੈ, ਫੌਜ ਬੈਠੀ ਹੈ, ਕੋਈ ਆਮ ਫੌਜ ਨਹੀਂ ਹੈ, ਠੀਕ ਹੈ। ਬਾਕੀ ਇੰਡੀਆ ਨੂੰ ਇੱਕ ਵਾਰੀ ਇਹ ਕਰਕੇ ਵੇਖੇ, ਸੁਣਦੇ ਆਨੇ ਪਏ ਆ, ਲੇਕਿਨ ਇੱਕ ਵਾਰੀ ਹਮਲਾ ਕਰਕੇ ਵੇਖੇਗੀ ਨਾ, ਉਹਨੂੰ ਪਤਾ ਲੱਗ ਜਾਏਗਾ ਕੀ ਭਾਅ ਵਿਕਦੀ ਹੈ ਸਾਡੀ ਕੋਈ ਫੌਜ ਜਿਹੜੀ ਹੈ। ਔਰ ਹਰ ਤਰ੍ਹਾਂ ਦੇ ਬਹਾਦਰ ਨੌਜਵਾਨ ਬੈਠੇ ਨੇ ਤੇ ਬਾਕੀ ਉਹਨੂੰ ਸਪੋਰਟ ਵੀ ਹੈ ਆਵਾਮ ਦੀ। ਪਾਕਿਸਤਾਨ 20 ਕਰੋੜ ਆਵਾਮ ਦੀ ਉਹਨੂੰ ਸਪੋਰਟ ਹਾਸਲ ਹੈ, ਹਰ ਤਰ੍ਹਾਂ ਦੀ ਸਪੋਰਟ ਹਾਸਲ ਹੈ। ਪਹਿਲੀ ਗੱਲ ਇਹ ਕਿ ਇੰਡੀਆ ਨੂੰ 1000 ਵਾਰੀ ਸੋਚਣਾ ਪਏਗਾ ਹਮਲਾ ਕਰਨ ਲਈ, ਲੇਕਿਨ ਅਗਰ ਉਹ ਹਮਲਾ ਕਰ ਲੈਂਦਾ ਵੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੋਏਗੀ। ਲਓ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ ਇੰਡੀਆ ਅਵਲ ਤੇ ਹਮਲਾ ਕਰੇਗਾ ਨਹੀਂ, ਅਗਰ ਇਹ ਕਰੇਗਾ ਤੇ ਉਹਨੂੰ ਭੁਗਤਣਾ ਵੀ ਪਏਗਾ ਤੇ ਉਹਨੂੰ ਦੱਸਾਂਗੇ ਕਿ ਜੰਗ ਲਾਈ ਦੀ ਕਿੱਦਾਂ ਆ। ਆਂਦੇ ਨੇ ਕਿ ਅਸੀਂ ਇਹਦੀ ਇੱਟ ਖੜਕਾ ਦੇਵਾਂਗੇ। ਲੱਗ ਪਤਾ ਜਾਏਗਾ ਇੱਕ ਵਾਰੀ ਜਦੋਂ ਇੰਡੀਆ ਹਮਲਾ ਕਰੇਗਾ। ਮੁਰਤਜ਼ਾ ਭਾਈ ਸਾਡੇ ਨਾਲ ਮੌਜੂਦ ਨੇ ਤੇ ਤੁਸੀਂ ਭਾਈ ਜਾਨ ਬਹੁਤ ਇੱਥੇ ਵਰਕ ਕਰਦੇ ਹੋ, ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਹੋ, ਤੇ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਹੋ ਕਿ ਅਗਰ ਇੰਡੀਆ ਹਮਲਾ ਕਰਦਾ ਹੈ ਤੇ? भाई पहली तो गल ये है कि इंडिया बिल्कुल हमला किसी सूरत नहीं करेगा क्योंकि वो बुज़दिल लोग ने। साडी आर्मी जिहड़ी है ना उन्होंने अपने सिर ते कफन लैके तुरदी है, उन्होंने मौत का कोई खौफ नहीं। और सारी आवाम जिहड़ी है वो फौज दे नाल है, शाना बशाना खड़ी है। आवाम खुद अगे हो के अपने सीने ते हर चीज़ झेलण नूं तैयार है। ये आर्मी जिहड़ी हैगी इंडिया दी ਉਹ ਤੇ ਇੰਨੀ ਕੁ ਬੁਜ਼ਦਿਲ ਹੈ ਕਿ ਉਹਨਾਂ ਨੂੰ ਆਪਣੀ ਜਾਨ, ਆਪਣੇ ਮਾਲ, ਆਪਣੇ ਬੱਚੇ ਪਿਆਰੇ ਨੇ। ਉਹਨਾਂ ਨੂੰ ਆਪਣੇ ਇੰਡੀਆ ਦੇ ਵੀ ਕੋਈ ਗਰਜ਼ ਨਹੀਂ ਹੈ ਔਰ ਉਹ ਕਿਸੇ ਸੂਰਤ ਵੀ ਹਮਲਾ ਨਹੀਂ ਕਰ ਸਕਦੇ ਹੈਗੇ। ਅਗਰ ਉਹ ਕਰਨਾ ਚਾਹੁੰਦੇ ਨੇ ਤਾਂ ਮੋਸਟ ਵੈਲਕਮ। ਪਾਕਿਸਤਾਨ ਹਰ ਤਰ੍ਹਾਂ ਬਿਲਕੁਲ ਤਿਆਰ ਖੜਾ। ਅਗਰ ਉਹ ਆਣਗੇ ਉਹ ਮੂੰਹ ਦਿਖਾ ਕੇ ਜਾਣਗੇ ਔਰ ਉਹ ਵਾਪਸ ਪਿੱਠ ਵਿਖਾ ਕੇ ਜਾਣਗੇ। ਇਨਸ਼ਾਅੱਲਾ ਪਾਕ ਆਰਮੀ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਲੋ ਜੀ, ਆ ਦੇਖੋ ਜੀ, ਉਹਨਾਂ ਨੇ ਬੜਾ ਚੰਗਾ ਜਵਾਬ ਦਿੱਤਾ ਆ। ਉਹਨਾਂ ਨੇ ਕਿਹਾ ਕਿ ਜੇ ਅਗਰ ਪਾਕਿਸਤਾਨ ਵੱਲ ਨੂੰ ਇਹ ਆਉਂਦੇ ਨੇ ਤੇ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਜੰਗਾਂ ਲੜੀ ਦੀਆਂ ਕਿੱਦਾਂ ਹੈ। ਤੇ ਆਰਮੀ ਜਿਹੜੀ ਸਾਡੀ ਹੈ ਉਹ ਹੀ ਇਹਨਾਂ ਵਾਸਤੇ ਬਹੁਤ ਸ਼ਹਿਰੀਆਂ ਨਾਲ, ਕੌਮ ਨਾਲ ਲੜਨਾ ਤੇ ਇੱਕ ਬੜੀ ਦੂਰ ਦੀ ਗੱਲ ਹੈ ਕਿਉਂਕਿ ਇਸ ਕੌਮ ਦੇ ਵਿੱਚ ਜਿਹੜਾ ਜਜ਼ਬਾ ਹੈ ਨਾ, ਨਿੱਕਾ ਨਿੱਕਾ ਜਿਹੜਾ ਬੱਚਾ ਇਹਨਾਂ ਦਾ ਨਾ ਉਹ ਵੀ ਮੁਲਕ ਵਾਸਤੇ ਮਰਨ ਵਾਸਤੇ ਤਿਆਰ ਆ। ਉਹ ਆਂਦੇ ਆ ਕਿ ਜਿੱਥੇ ਸਾਡੇ ਮੁਲਕ ਦੀ ਗੱਲ ਆ ਜਾਵੇ ਅਸੀਂ ਜਿਹੜਾ ਨਾ ਭਰਪੂਰ ਨਾਲ ਤੁਰਾਂਗੇ ਆਪਣੇ ਫੌਜੀ ਭਾਈਆਂ ਦੇ ਨਾਲ ਵੀ। ਤੇ ਗੱਲ ਇੰਡੀਆ ਦੀ ਅਗਰ ਕੀਤੀ ਜਾਵੇ ਭਾਈ, ਫਿਰ ਪੁੱਛਦੇ ਆ ਦੱਸੋ ਕਿ ਵਾਹਗਾ ਬਾਰਡਰਾਂ ਨੂੰ ਚੱਲ ਜਾਂਦਾ ਇੰਡੀਆ ਦੇ ਫੌਜੀ ਨਿਕਰਾ ਪਾ ਕੇ ਖਲੋਤੇ ਹੁੰਦੇ ਆ, ਠੀਕ ਹੈ ਕਿ ਨਹੀਂ? ਤੇ ਸਿਹਤਾਂ ਉਹਨਾਂ ਦੀਆਂ ਤਾਂ ਤੁਹਾਨੂੰ ਪਤਾ ਹੀ ਆ ਕੈਸੀਆਂ ਵਾ। ਸਿਹਤਾਂ ਉਹਨਾਂ ਦੀਆਂ ਜਿੱਦਾਂ ਦੀ ਵੀ ਹੈਗੀਆਂ ਨੇ, ਲੇਕਿਨ ਸਾਡੇ ਜਿਹੜੇ ਪਾਕਿਸਤਾਨ ਦੇ ਨੌਜਵਾਨ ਨੇ, ਬਜ਼ੁਰਗ ਨੇ, ਹਰ ਬੰਦਾ ਤਿਆਰ ਹੈ ਜੰਗ ਲੜਨ ਵਾਸਤੇ। ਇਹ ਕਹਿੰਦੇ ਨੇ ਅਸੀਂ ਜੰਗ ਲੜਨੀ, ਜੰਗ ਲੱਗਣੀ। ਇੱਕ ਹਫ਼ਤਾ ਤਾਂ ਸਾਨੂੰ ਹੋ ਗਿਆ ਸੁਣਦੇ, ਅਸੀਂ TV ਤੇ ਡੇਲੀ ਸੁਣੀਦਾ ਜੰਗ ਹੋਣੀ ਹੈ, ਜੰਗ ਹੋਣੀ ਹੈ। ਉਹ ਇੱਕ ਵਾਰੀ ਲਾ ਹੀ ਲੈਣ ਜੰਗ ਦੇ, ਫਿਰ ਸਾਨੂੰ ਵੀ ਪਤਾ ਹੋਵੇ ਭਾਈ ਲੜਨਾ। ਅਸੀਂ ਤਾਂ ਸਿਰ ਤੇ ਪਹਿਲੇ ਹੀ ਕਫਨ ਬੰਨੇ ਹੋਏ ਆ ਤੇ ਆਏ ਹਨ। ਇਨਸ਼ਾਅੱਲਾ ਤਾਲਾ ਇਹਨਾਂ ਨੂੰ ਉੱਦਾਂ ਹੀ ਭੇਜਾਂਗੇ ਜਿੱਦਾਂ ਫਿਰ ਜੁੱਤੀਆਂ ਫੇਰ ਕੇ ਭੇਜੀ ਦਾ ਨਾ ਇੱਕ ਵਾਰੀ, ਤੇ ਨਿਕਲ ਜਾਣਗੇ ਇਨਸ਼ਾਅੱਲਾ ਤਾਲਾ। ਲੋ ਜੀ, ਬਿਲਕੁਲ ਉਹ ਕਹਿੰਦੇ ਕਿ ਅਸੀਂ ਕੀ ਉਹਨੂੰ ਕਹਿੰਦੇ ਨੇ ਕਿ ਤੁਰਾਂਗੇ ਤੇ ਭਰਪੂਰ ਤੁਰਾਂਗੇ ਤੇ ਦੱਸਾਂਗੇ ਇਹਨਾਂ ਨੂੰ ਕਿ ਕਿਸ ਤਰ੍ਹਾਂ ਜੰਗ ਲੜੀ ਦੀ ਆ। ਪੂਰੀ ਤਿਆਰੀ ਕੀਤੀ ਹੋਈ ਪਾਕਿਸਤਾਨੀ ਕੌਮ ਨੇ ਵੀ ਕਿ ਅਗਰ ਇੰਡੀਆ ਕਿਸੇ ਕਿਸਮ ਦੀ ਕੋਈ ਐਸੀ ਵੈਸੀ ਹਰਕਤ ਕਰਦਾ ਆ ਤੇ ਫੌਜ ਦੇ ਨਾਲ ਖੜੇ ਹੋ ਕੇ ਅਸੀਂ ਵੀ ਭਰਪੂਰ ਜਵਾਬ ਦੇਵਾਂਗੇ। ਹੋਰ ਦੋਸਤਾਂ ਵੱਲ ਵੀ ਚੱਲਦੇ ਹਾਂ ਕਿ ਉਹਨਾਂ ਦੇ ਕੋਲੋਂ ਰਾਏ ਲੈਣੇ ਉਹ ਇਸ ਹਵਾਲੇ ਨਾਲ ਕੀ ਕਹਿੰਦੇ ਨੇ।
ਕਈਆਂ ਲੋਕਾਂ ਨੇ ਤੇ ਕਹਿੰਦੇ ਕੱਪੜੇ ਵੀ ਨਵੇਂ ਸਵਾ ਲਏ ਆ। ਤੇ ਦੇਖੋ ਹੁਣ ਲੋਕ ਕੀ ਇਸ ਬਾਰੇ ਦੇ ਤਾਸਰਾਤ ਦਿੰਦੇ ਨੇ। ਜੀ ਨਾਜ਼ਰੀਨ, ਤੁਸੀਂ ਵੇਖਿਆ ਲੋਕਾਂ ਦੀ ਰਾਏ ਲਈ ਸੀ, ਬਾਹਰੋਂ ਸ਼ਹਿਰੀਆਂ ਦੀ ਵੀ ਰਾਏ ਲਈ, ਵਕੀਲਾਂ ਵਾਲੋਂ ਕੋ ਵੀ ਪੁੱਛਿਆ, ਉਹਨਾਂ ਨੇ ਵੀ ਆਪਣੇ ਇਸ ਹਵਾਲੇ ਨਾਲ ਤਾਸਰਾਤ ਦਿੱਤੇ। ਹੁਣ ਅਸੀਂ ਪਹੁੰਚੇ ਹਾਂ ਫੈਸਲਾਬਾਦ ਪ੍ਰੈਸ ਕਲੱਬ ਤੇ, ਜਿੱਥੇ ਨਾਲ ਸਾਡੇ ਮੌਜੂਦ ਨੇ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਸਦਰ ਤਾਹਰ ਨਜਫੀ ਸਾਹਿਬ। ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਇਸ ਹਵਾਲੇ ਨਾਲ ਕੀ ਕਹਿੰਦੇ। ਤਾਹਰ ਭਾਈ ਦੱਸਿਓ ਕਿ ਇੰਡੀਆ ਪਾਕਿਸਤਾਨ ਦੀ ਜੰਗ ਲੱਗ ਰਹੀ ਹੈ, ਇਹ ਸਿਰਫ ਲੱਗ ਹੀ ਰਹੀ ਹੈ ਤੇ ਲੱਗ ਕਿਉਂ ਨਹੀਂ ਰਹੀ? ਇਹ ਇੰਡੀਆ ਹਰ ਵਾਰੀ ਸਿਰਫ ਧਮਕੀਆਂ ਲਾ ਕੇ ਵਾਪਸ ਪਿੱਛੇ ਚੱਲ ਜਾਂਦਾ, ਇਹਦੀ ਕੀ ਵਜ੍ਹਾ ਹੈ? ਜੀ ਬਿਲਕੁਲ, ਕਿਉਂਕਿ ਇੰਡੀਆ ਦਾ ਇੱਕ ਵਤੀਰਾ ਹੈ ਬੜੇ ਦੇਰ ਪੁਰਾਣਾ ਕਿ ਉਹ ਹਮੇਸ਼ਾ ਧਮਕੀ ਲਾ ਕੇ ਤੇ ਦੌੜ ਜਾਂਦਾ ਵਾ। ਤੇ ਉਹ 65 ਦੀ ਜੰਗ ਦੇ ਵਿੱਚ ਵੀ ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਇੱਥੇ ਝੁੰਬਰੇ ਏਅਰਪੋਰਟ ਤੇ ਫਿਰ ਉਹਨਾਂ ਨੇ 17 ਦਿਨਾਂ ਦੇ ਵਿੱਚ ਮੂੰਹ ਦੀ ਖਾਧੀ ਸੀ, ਫਿਰ ਦੁਬਾਰਾ ਜੁੱਤੀਆਂ ਖਾ ਕੇ ਤੇ ਵਾਪਸ ਜਾ ਕੇ ਬੈਠ ਗਿਆ। ਤੇ ਹੁਣ ਮੋਦੀ ਨੂੰ ਜਿਹੜਾ ਵਾ ਉਹਨੂੰ ਸ਼ਰਮ ਕਰਨੀ ਚਾਹੀਦੀ ਆ, ਔਰ ਆਪਣੇ ਲੋਕਾਂ ਨੂੰ ਔਰ ਆਪਣੇ ਜਿਹੜੇ ਸਹਾਫੀ ਆ ਜਿਹੜੇ ਭੌਂਕਦੇ ਆ ਬੋਲਦੇ ਆ ਪਾਕਿਸਤਾਨ ਦੇ ਖਿਲਾਫ, ਉਹਨਾਂ ਸਾਰਿਆਂ ਨੂੰ ਰੋਕਣਾ ਚਾਹੀਦਾ ਵਾ ਔਰ ਅਮਨ ਦਾ ਪੈਗਾਮ ਦੇਣਾ ਚਾਹੀਦਾ ਵਾ। ਜਿਸ ਤਰ੍ਹਾਂ ਪਾਕਿਸਤਾਨੀ ਫੌਜ ਦੇ ਨਾਲ ਪੂਰੀ ਆਵਾਮ ਨਾਲ ਖੜੀ ਹੈ ਉਹਨਾਂ ਦੇ, ਔਰ ਜਿੱਥੇ ਪਾਕਿਸਤਾਨ ਨੂੰ ਜ਼ਰੂਰਤ ਪਈ ਆਵਾਮ ਦੀ ਪਾਕਿਸਤਾਨ ਦੀ, ਤੇ ਪਾਕਿਸਤਾਨੀ ਆਵਾਮ ਤੇ ਅੱਗੇ ਚਾਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਧਮਕੀ ਕੋਈ ਇੰਡੀਆ ਲਾਵੇ ਤੇ ਅਸੀਂ ਫੌਰਨ ਹੀ ਜਾ ਕੇ ਪਹੁੰਚ ਜਾਈਏ, ਇਹਨਾਂ ਦੇ ਗਿਰੇਬਾਨ ਨੂੰ ਫੜ ਲਈਏ ਜਾ ਕੇ। ਤੇ ਇਸ ਕਰਕੇ ਮੋਦੀ ਨੂੰ ਜਿਹੜਾ ਵਾ ਉਹ ਆਪਣੇ ਗਿਰੇਬਾਨ 'ਚ ਝਾਂਕਣਾ ਚਾਹੀਦਾ ਵਾ। ਪਾਕਿਸਤਾਨੀ ਫੌਜ ਬਹੁਤ ਮਜ਼ਬੂਤ ਆ ਔਰ ਪੂਰੀ ਦੁਨੀਆ ਜਾਣਦੀ ਹੈ ਪਾਕ ਫੌਜ ਨੂੰ, ਔਰ ਪਾਕਿਸਤਾਨ ਦੀ ਆਵਾਮ ਨੂੰ ਬਚਣਾ ਚਾਹੀਦਾ ਵਾ ਇੰਡੀਆ ਨੂੰ ਪਾਕਿਸਤਾਨ ਦੇ ਕੋਲੋਂ। ਜੀ ਬਿਲਕੁਲ, ਉਹਨਾਂ ਦਾ ਕਹਿਣਾ ਇਹੀ ਹੈ ਕਿ ਜੇ ਇੰਡੀਆ ਨੂੰ ਜੋ ਹੈ ਬਚਣਾ ਚਾਹੀਦਾ ਪਾਕਿਸਤਾਨ ਨੂੰ। ਅਗਰ ਇੰਡੀਆ ਦੁਬਾਰਾ ਇਹ ਗਲਤੀ ਕਰੇਗਾ ਤੇ ਪਹਿਲੇ ਨਾਲੋਂ ਜ਼ਿਆਦਾ ਉਹਨਾਂ ਨੂੰ ਜਿਹੜਾ ਇਹਦਾ ਜਵਾਬ ਦਿੱਤਾ ਜਾਏਗਾ ਪੂਰੀ ਤਾਕਤ ਦੇ ਨਾਲ, ਕਿਉਂਕਿ ਹਰ ਵਾਰੀ ਤੇ 2 ਵਾਰੀ ਪਹਿਲੇ ਹਮਲਾ ਕਰ ਚੁੱਕਿਆ ਪਾਕਿਸਤਾਨ ਦੇ, ਤੇ ਉਹਨਾਂ ਨੂੰ ਦੱਸਿਆ ਕਿ ਹਮਲਾ ਕਿਸ ਤਰ੍ਹਾਂ ਹੁੰਦਾ ਤੇ ਵਾਪਸ ਉਹ ਆਪਣੇ ਟੈਂਕ ਛੱਡ ਕੇ ਦੌੜ ਗਏ, ਫੌਜੀਆਂ ਦੀ ਲਾਸ਼ਾਂ ਤੱਕ ਚੁੱਕਣ ਨਹੀਂ ਆਏ ਆਪਣੇ। ਕਮਾਲ ਭੱਟ ਸਾਹਿਬ ਮੌਜੂਦ ਨੇ ਸਾਡੇ ਨਾਲ। ਕਮਾਲ ਭਾਈ, ਤੁਸੀਂ ਦੱਸੋ, ਤੁਸੀਂ ਇਸ ਨਜ਼ਰੀਏ ਦੇ ਆਪਣੇ ਜਰਨਲਿਸਟ ਦੇ ਆਪਣੇ ਇਸ ਐਕਸਪੀਰੀਅੰਸ ਦੇ ਵਿੱਚ ਕੀ ਕਹੋਗੇ ਇਸ ਹਵਾਲੇ ਨਾਲ ਕਿ ਤੁਸੀਂ ਇੰਡੀਆ ਪਾਕਿਸਤਾਨ ਦੇ ਜਿਹੜੀ ਅੱਜ ਕੱਲ੍ਹ ਲਫ਼ਜ਼ੀ ਜੰਗ ਲੱਗੀ ਹੋਈ ਹੈ, ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ? ਮੈਂ ਸਿਰਫ ਇਹੀ ਗੱਲ ਕਰਨਾ ਚਾਹਾਂਗਾ ਕਿ ਉੱਥੇ ਦੇ ਜਿਹੜੇ ਮੀਡੀਆ ਨੇ ਉਹਨਾਂ ਦੇ ਐਂਕਰ ਪਰਸਨ ਜਿਹੜੇ ਨੇ ਉਹ ਗੱਲਾਂ ਕਰਦੇ ਨੇ ਕਿ ਜਨਾਬ ਹੁਣ ਪਾਕਿਸਤਾਨ ਜਿੰਦਾਬਾਦ, ਤੇ ਮੈਂ ਉਹਨਾਂ ਨੂੰ ਕਹਾਂਗਾ ਪਹਿਲੇ ਆਪਣੀਆਂ ਜ਼ੁਬਾਨਾਂ ਠੀਕ ਕਰੋ, ਫਿਰ ਤੁਸੀਂ ਜ਼ਿੰਦਾਬਾਦ ਕਹੋ। ਪਾਕਿਸਤਾਨ ਕੱਲ੍ਹ ਵੀ ਜ਼ਿੰਦਾ ਸੀ, ਅੱਜ ਵੀ ਜ਼ਿੰਦਾ ਹੈ।